ਕਾਲ ਸਾਰਿਆਂ ਨੂੰ ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 10th ਕਲਾਸ ਦੀ ਸਾਹਿਤਮਾਲਾ ਬੁੱਕ ਦਾ ਤੀਜਾ ਪਾਠ ਵਾਰਤਕ ਭਾਗ ਦਾ ਪ੍ਰਾਰਥਨਾ ਪੜਾਂਗੇ ਜੋ ਡਾਕਟਰ ਬਲਵੀਰ ਸਿੰਘ ਦੀ ਕਹਾਣੀ ਹੈ। ਪਹਿਲਾਂ ਅਸੀਂ ਡਾਕਟਰ ਬਲਵੀਰ ਸਿੰਘ ਦੀ ਸ਼ਖਸੀਅਤ ਤੇ ਰਚਨਾ ਪੜਾਂਗੇ, ਫਿਰ ਉਸ ਤੋਂ ਬਾਅਦ ਉਹਨਾਂ ਦੀ ਕਹਾਣੀ। ਡਾਕਟਰ ਬਲਵੀਰ ਸਿੰਘ ਸ਼ਖਸੀਅਤ ਅਤੇ ਰਚਨਾ। ਡਾਕਟਰ ਬਲਵੀਰ ਸਿੰਘ ਦਾ ਜਨਮ 10 ਦਸੰਬਰ 1896 ਈਸਵੀ ਪਿਤਾ ਸੁਚਰਨ ਸਿੰਘ ਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਆਪ ਨੂੰ ਬਚਪਨ ਤੋਂ ਹੀ ਸਾਹਿਤ ਅਤੇ ਗਿਆਨ ਪ੍ਰਾਪਤ ਕਰਨ ਦੀ ਲਗਨ ਸੀ। ਆਪ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਰਹੇ ਤੇ ਕੁਝ ਸਮਾਂ ਕੈਂਬਰਿਜ ਪ੍ਰੈਪਰੇਟਰੀ ਸਕੂਲ ਦੇਹਰਾਦੂਨ ਵਿਖੇ ਪ੍ਰਿੰਸੀਪਲ ਰਹੇ। ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲੇਖਕਾਂ ਵਿੱਚ ਆਪ ਦਾ ਨਾਂ ਵਿਸ਼ੇਸ਼ ਥਾਂ ਰੱਖਦਾ ਹੈ। ਆਪ ਜੀ ਦੀਆਂ ਪ੍ਰਸਿੱਧ ਪੁਸਤਕਾਂ ਲੰਮੀ ਨਦਰ, ਕਲਮ ਦੀ ਕਰਾਮਤ, ਸ਼ੁੱਧ ਸਰੂਪ ਅਤੇ ਸੁਰਤੀ ਸ਼ਬਦ ਵਿਚਾਰੂ, ਨਿਰੁਪਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਦਿ ਹਨ। ਆਪ ਦੀ ਵਿਦਵਤਾ ਦਾ ਪ੍ਰਮਾਣ ਆਪ ਦੀਆਂ ਲਿਖਤਾਂ ਹਨ। ਆਪ ਦੀਆਂ ਵਡਮੁੱਲੀਆਂ ਸਾਹਿਤਕ ਸੇਵਾਵਾਂ ਕਰਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਿਗਰੀਲਿਟ ਦੀ ਉਪਾਧੀ ਨਾਲ ਸਨਮਾਨਿਆ ਅਤੇ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਨਿਵਾਜਿਆ। ਤੇ ਇਹ ਡਾਕਟਰ ਬਲਵੀਰ ਸਿੰਘ ਦੀ ਸ਼ਖਸੀਅਤ ਤੇ ਰਚਨਾ ਸੀਗੀ। ਤੇ ਹੁਣ ਅਸੀਂ ਇਹਨਾਂ ਦੀ ਕਵਿਤਾ ਦਾ ਸਾਰ ਪੜਾਂਗੇ। ਮਨੁੱਖ ਲਈ ਅਰਦਾਸ ਇੱਕ ਜ਼ਰੂਰੀ ਵਸਤੂ ਹੈ। ਕਈ ਮੌਕਿਆਂ ਦੇ ਮਨੋਂ ਕੀਤੀ ਅਰਦਾਸ ਮਨੁੱਖ ਨੂੰ ਸ਼ਾਂਤੀ ਦਿੰਦੀ ਹੈ। ਦੁਨੀਆ ਦਾ ਸਭ ਤੋਂ ਸਿਆਣਾ ਆਦਮੀ ਸੁਕਰਾਤ ਦੀ ਅਰਦਾਸ ਵਿੱਚ ਵਿਸ਼ਵਾਸ ਰੱਖਦਾ ਸੀ, ਜਿਸ ਨਾਲ ਉਸ ਦੀ ਰੂਹ ਸੁੰਦਰ ਹੋ ਕੇ ਜੀਵਾਤਮਾ ਨਾਲ ਇੱਕ ਸੁਰ ਹੋ ਜਾਂਦੀ ਸੀ। ਇਸੇ ਤਰ੍ਹਾਂ ਸਿੱਖ ਧਰਮ ਵਿੱਚ ਅਰਦਾਸ ਦੀ ਵਿਸ਼ੇਸ਼ ਮਹਾਨਤਾ ਹੈ। ਹਰ ਸੰਸਾਰਕ ਮੌਕੇ ਤੇ ਅਰਦਾਸ ਦੀ ਜ਼ਰੂਰਤ ਹੈ। 1893 ਈਸਵੀ ਵਿੱਚ ਭਾਈ ਵੀਰ ਸਿੰਘ ਨੇ ਖਾਲਸਾ ਟਰੈਕਟ ਸੁਸਾਇਟੀ ਦੀ ਨੀਂਹ ਰੱਖੀ, ਜਿਸ ਦਾ ਪਹਿਲਾ ਟਰੈਕਟ ਪ੍ਰਾਰਥਨਾ ਨਾਂ ਹੇਠ ਛਾਪਿਆ ਗਿਆ। ਇਸ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਕੋਈ ਵੀ ਕੰਮ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਜ਼ਰੂਰੀ ਹੈ। ਭਾਵੇਂ ਅਜੋਕੇ ਬੁੱਧੀਮਾਨ ਨੌਜਵਾਨ ਅਰਦਾਸ ਦੇ ਮਹੱਤਵ ਨੂੰ ਨਹੀਂ ਸਮਝਦੇ, ਪਰ ਅਰਦਾਸ ਵਿੱਚ ਫਰਜ਼ ਹੈ। ਇਸ ਦੇ ਉੱਤਰ ਦੀ ਆਸ ਨਹੀਂ ਰੱਖਣੀ ਚਾਹੀਦੀ। ਆਸਕਰ ਵਾਈਲਡ ਨੇ ਵੀ ਇਸ ਗੱਲ ਦੀ ਪ੍ਰੇਰਣਾ ਕੀਤੀ। ਇਸ ਤਰ੍ਹਾਂ ਸਿੱਖ ਦੀ ਅਰਦਾਸ ਨਿੱਜੀ ਪ੍ਰਾਰਥਨਾ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਦੀ ਮੰਗ ਕਰਦੀ ਹੈ, ਜੋ ਆਪਣੇ ਆਪ ਵਿੱਚ ਇੱਕ ਨਿਹਾਲੀ ਵਸਤੂ ਹੈ। ਸਿੱਖ ਧਰਮ ਵਿੱਚ ਅਰਦਾਸ ਦਾ ਇੱਕ ਖਾਸ ਮਹੱਤਵ ਹੈ। ਕੋਈ ਮੌਕਾ ਅਜਿਹਾ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਵੇ, ਤੇ ਸਿੱਖ ਲਈ ਅਰਦਾਸ ਜ਼ਰੂਰੀ ਕਲਾ ਦਾ ਸਾਧਨ ਹੈ। ਜਦੋਂ ਸਿੱਖ ਇੱਕ ਮਨ ਇੱਕ ਚਿੱਤ ਹੋ ਕੇ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ ਤਾਂ ਉਸਦਾ ਨਰਾਪਨ, ਕਮੀਨਾਪਨ, ਛੋਟਾਪਨ ਤੇ ਵੱਖਰਾਪਨ ਦੂਰ ਹੋ ਜਾਂਦਾ ਹੈ। ਇਹ ਪੂਰਨਤਾ ਦੀ ਅਵਸਥਾ ਅਰਦਾਸ ਦੀ ਕਰਾਮਤ ਹੈ। ਇਸ ਸੰਬੰਧੀ ਭਾਈ ਵੀਰ ਸਿੰਘ ਜੀ ਨੇ ਇੱਕ ਸਿੱਖਿਆਦਿਕ ਪ੍ਰਸੰਗ ਬਿਆਨ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕ ਥਾੜਵੀ ਨੂੰ ਉਹਨਾਂ ਨੇ ਸਰਦਾਰ ਬਣਾ ਦਿੱਤਾ। ਸਰਦਾਰ ਬਣ ਕੇ ਉਹ ਬੇਹੁਰਮਤੀਆਂ ਕਰਨ ਲੱਗਾ। ਉਹ ਬਾਗੀ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਰੋਹਤਾਸ ਦੇ ਕਿਲੇ ਵਿੱਚ ਬੰਦ ਕਰਾ ਦਿੱਤਾ। ਕੈਦ ਵਿੱਚ ਹਰ ਵਿਅਕਤੀ ਨਾਲ ਉਸਦਾ ਬੁਰਾ ਵਰਤਾਰਾ ਸੀ। ਮਹਾਰਾਜਾ ਸਾਹਿਬ ਨੂੰ ਬੜੀਆਂ ਗੱਲਾਂ ਕੱਢਣਾ
ਪਰਮਾਤਮਾ ਤੇ ਉਸਦਾ ਨਾਂ ਲੈਣ ਵਾਲੇ ਬੰਦਿਆਂ ਨੂੰ ਰੱਜ ਕੇ ਨਿੰਦਾ ਕਰਦਾ। ਇੱਕ ਦਿਨ ਉਹ ਆਪਣੀ ਦੁਖੀ ਸਮਾਂ ਕੱਟਣ ਲਈ ਆਪਣੀ ਕੁਟੀਆਂ ਤੇ ਜਾਲੇ ਫਲੋਰ ਰਿਹਾ ਸੀ। ਅਚਾਨਕ ਇੱਕ ਪੁਰਾਣੀ ਪੋਥੀ ਉਸ ਦੇ ਹੱਥ ਲੱਗੀ ਜਿਸ ਵਿੱਚ ਗੁਰਬਾਣੀ ਤੇ ਕੁਝ ਸ਼ਬਦ ਅਕੰਤ ਸਨ। ਉਸ ਨੂੰ ਪੜ੍ਹਦਿਆਂ ਹੀ ਉਸ ਦਾ ਮਨ ਖੂਬ ਗਿਆ, ਵਿਸ਼ੇਸ਼ ਤੌਰ ਤੇ ਹੇਠਾਂ ਲਿਖੀਆਂ ਤੁਕਾਂ ਤੇ ਉਸ ਦਾ ਮਨ ਠਹਿਰ ਗਿਆ। ਕੈਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਉਹਨਾਂ ਦੀ ਕਿਰਪਾ ਨਾਲ ਹੀ ਥਾਪੜੀ ਤੋਂ ਸਰਦਾਰ ਬਣਿਆ ਸੀ। ਉਹਨਾਂ ਦੀ ਕੈਦ ਵਿੱਚ ਰਹਿ ਕੇ ਉਹ ਉਸ ਪਰਮਾਤਮਾ ਦੇ ਪਿਆਰ ਨੂੰ ਜਾਣ ਸਕਿਆ। ਉਹ ਸੱਚੀ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਹ ਉਸੇ ਦੇ ਪ੍ਰੇਮ ਵਿੱਚ ਮਗਨ ਹੈ। ਉਸ ਦੀ ਕਿਰਪਾ ਨਾਲ ਹੀ ਉਸਨੂੰ ਕੈਦ ਤੋਂ ਮੁਕਤੀ ਮਿਲੀ ਹੈ। ਹੁਣ ਉਹੀ ਪਰਮਾਤਮਾ ਉਸਨੂੰ ਇਸ ਬਵੰਜਲ ਤੋਂ ਛੁਟਕਾਰਾ ਬਖਸ਼ੇਗਾ। ਸਦ ਬਖਸ਼ਿੰਦੂ ਸਦਾ ਮਿਹਰਬਾਨਾ ਸਭਨਾ ਦੇਈ ਆਧਾਰ। ਇਸ ਨੂੰ ਅਹਿਸਾਸ ਹੋਇਆ ਕਿ ਪਰਮਾਤਮਾ ਮੇਰੇ ਵਰਗੇ ਪਾਪੀ ਅਤੇ ਪੁੰਨੀ ਆਤਮਾਵਾਂ ਨੂੰ ਇੱਕੋ ਜਿਹਾ ਆਸਰਾ ਦਿੰਦਾ ਹੈ। ਕੀ ਮੈਂ ਉਸਦਾ ਮਿਹਰ ਦਾ ਪਾਤਰ ਨਹੀਂ ਬਣ ਸਕਦਾ? ਉਸਦੇ ਮਨ ਦੇ ਇਸ ਸੱਚਾਈ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਫਲਸਰੂਪ ਇਸ ਪਾਪੀ ਦੇ ਮਨ ਵਿੱਚ ਸੱਚਾ ਪਛਤਾਵਾ ਆਇਆ। ਉਸਨੇ ਹੱਥ ਜੋੜ ਕੇ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ। ਜਵਾਨੀ ਵਿੱਚ ਕੀਤੇ ਗੁਨਾਹ ਤੇ ਅਪਰਾਧਾਂ ਤੋਂ ਤੌਬਾ ਕੀਤੀ। ਉਸ ਦਾ ਮਨ ਅੱਗੇ ਜਾ ਕੇ ਹੇਠ ਲਿਖੀਆਂ ਤੁਕਾਂ ਤੇ ਫਿਰ ਟਿਕ ਗਿਆ। ਜਾਂ ਕਿਉਂ ਮੁਸ਼ਕਲ ਅਤੀ ਬਣੇ ਟੇਈ ਕੋਈ ਨਾ ਦੇਈ, ਲਾਗੂ ਹੋਈ ਦੁਸ਼ਮਨਾ ਸਾਖ ਵੀ ਭੱਜੀ ਖੱਲੇ। ਸਭੋ ਭੱਜੇ ਆਸਰਾ ਚੁੱਕੇ ਸਭੂ ਅਸਰਗ ਆਓ, ਚਿੱਤੀ ਆਵੇ ਉਸਦੇ ਪਾਰ ਭ੍ਰਗ ਮੂੰਹ ਲੱਗੇ ਨਾ ਤਤੀ ਵਾਓ। ਤੇ ਇਹ ਸ਼ਬਦ ਪੜ੍ਹਦਿਆਂ ਹੋਏ ਕੈਦੀ ਨੂੰ ਬੜਾ ਆਨੰਦ ਪ੍ਰਾਪਤ ਹੋਇਆ ਅਤੇ ਉਸਦਾ ਮਨ ਹਲਕਾ ਹੋਇਆ। ਉਸਦੇ ਸਾਰੇ ਸ਼ੰਕੇ ਨਿਵਰਤ ਹੋ ਗਏ। ਉਹ ਹਰ ਰੋਜ਼ ਪਾਠ ਕਰਦਾ, ਗ੍ਰੰਥੀ ਨੂੰ ਬੁਲਵਾ ਕੇ ਉਸਦੇ ਅਰਥ ਸਮਝਦਾ। ਫਲਸਰੂਪ ਉਸਦਾ ਵਿਹਾਰ ਬਦਲਦਾ ਗਿਆ। ਮਿੱਠਾ ਬੋਲਣਾ ਤੇ ਨਿਰਮਤਾ ਵਿੱਚ ਰਹਿਣਾ ਉਸਦੇ ਸੁਭਾਅ ਦੇ ਅੰਗ ਬਣ ਗਏ। ਕੁਝ ਚਿਰ ਮਗਰੋਂ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਆਏ। ਇੱਕ ਰਾਤ ਆਪ ਨੂੰ ਬਿਮਾਰੀ ਕਾਰਨ ਨੀਂਦ ਨਾ ਆਈ। ਅੱਧੀ ਰਾਤੀ ਆਪ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ। ਝਟ ਅੱਖ ਲੱਗ ਗਈ ਤੇ ਆਪ ਗਹਿਰੀ ਨੀਂਦ ਸੋ ਗਏ। ਸਵੇਰੇ ਹਲਕੇ ਫੁਲਕੇ ਹੋ ਕੇ ਉੱਠੇ। ਵਜ਼ੀਰ ਧਿਆਨ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ ਕਿ ਪਰਮਾਤਮਾ ਮੇਰੀ ਬੇਨਤੀ ਸਵੀਕਾਰ ਕਰਕੇ ਮੈਨੂੰ ਨੀਂਦ ਬਖਸ਼ੀ ਹੈ। ਮੈਂ ਉਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇੱਕ ਕੈਦੀ ਨੂੰ ਛੁਟਕਾਰਾ ਦੇਣਾ ਚਾਹੁੰਦਾ ਹਾਂ। ਰਾਜੇ ਨੂੰ ਰੋਹਤਾਸ ਦੇ ਕਿਲੇ ਵਿੱਚ ਕੈਦ ਉਸੇ ਥਾੜਵੀ ਸਰਦਾਰ ਦੀ ਗੱਲ ਕੀਤੀ। ਮਹਾਰਾਜ ਨੇ ਉਸ ਵੇਲੇ ਹੀ ਉਸ ਨੂੰ ਕੈਦ ਤੋਂ ਮੁਕਤ ਕੀਤਾ। ਮਹਾਰਾਜਾ ਨੇ ਕੈਦੀ ਨੂੰ ਉਸ ਦੇ ਸਿੱਧੇ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਸਾਰਾ ਸਮਾਚਾਰ ਕਹਿਣ ਸੁਣਾਇਆ। ਉਸ ਦੇ ਇਹ ਸ਼ਬਦ ਮਹਾਰਾਜਾ ਸਾਹਿਬ ਦੇ ਮਨ ਵਿੱਚ ਖੂਬ ਗਏ। ਮਹਾਰਾਜ ਆਪ ਦੀ ਕਿਰਪਾ ਨਾਲ ਮੈਂ ਥਾਪੜੀ ਤੋਂ ਸਰਦਾਰ ਬਣਿਆ। ਆਪ ਦੀ ਹੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਵਰ ਦੇ ਪ੍ਰੇਮ ਥੀ ਜਾਣੂ ਹੋਇਆ। ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ। ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਸਤ ਹੈ। ਇਸ ਕੈਦ ਦੀ ਵੀ ਉਸ ਦੀ ਦਇਆ ਨਾਲ ਖਲਾਸੀ ਹੋਈ ਹੈ। ਅੰਤ ਨੂੰ ਵੀ ਮਹਾਭਯੋਜਨ ਤੋਂ ਛੁਟਕਾਰਾ ਬਖਸ਼ਣਾ ਹੈ। ਅਸਗਾਹੋ ਗਰ ਸਬਦੀ ਪਾਰੀ ਪਾਈ। ਮਹਾਰਾਜਾ ਸਾਹਿਬ ਉਸਨੂੰ ਫਿਰ ਸਰਦਾਰੀ ਬਖਸ਼ਣ ਲੱਗੇ ਪਰ ਉਸ ਨੇ ਇਹ ਕਹਿ ਕੇ ਪ੍ਰਵਾਨ ਨਾ ਕੀਤੀ। ਮਤੂ ਦੇਖੀ ਭੁੱਲਾਂ ਵਿਸਰੇ, ਤੇਰਾ ਚੇਤੀ ਨਾ ਆਵੇ ਨਾਉ। ਉਪਰੋਕਤ ਸਾਰੀ ਘਟਨਾ ਤੋਂ ਪ੍ਰਤੀਤ ਹੁੰਦਾ ਹੈ ਕਿ ਪਰਮੇਸ਼ਵਰ ਪਰ ਨਿਸ਼ਚੈ ਕਰਨਾ ਤੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨੀ ਮਨ ਲਈ ਸ਼ਾਂਤੀਦਾਇਕ ਹਨ। ਦੁੱਖ, ਸ਼ੰਕਾ, ਕਸ਼ਟ ਕੁਝ ਵੀ ਦੁਖਦਾਈ ਨਹੀਂ ਜਾਪਦੇ। ਰੱਬ ਨੂੰ ਦਿਆਲੂ ਪਿਤਾ ਤੇ ਆਪਣੇ ਨਾਲ ਆਪ ਨੂੰ ਭੁੱਲਣਹਾਰ ਪੁੱਤਰ ਦੇ ਰੂਪ ਵਿੱਚ ਵੇਖੋ। ਜੈਸਾ ਬਾਲਕੂ ਭਈ ਸੋ ਭਈ,
लख अपराध कमावे करी उपदेशु झिड़क बहु भांति भड़हु पिता गली लावे। ਸਮੁੱਚੇ ਤੌਰ 'ਤੇ ਮਨੁੱਖ ਦੇ ਅੰਤ ਵਿੱਚ ਇਸ ਫਾਨੀ ਦੁਨੀਆ ਤੋਂ ਚਲੇ ਜਾਣਾ ਪਰਮੇਸ਼ਵਰ ਦੀ ਦਰਗਾਹ ਵਿੱਚ ਉਸਦੇ ਭਲੇ ਬੁਰੇ ਕਰਮਾਂ ਦੇ ਨਿਰਮਤਾ ਹੋਣਾ ਹੈ। ਇਸ ਲਈ ਉਸ ਨੂੰ ਸੱਚੀ ਅਰਦਾਸ ਰਾਹੀਂ ਆਪਣੇ ਆਪ ਬਖਸ਼ਾ ਲੈਣਾ ਚਾਹੀਦੇ ਹਨ। ਮਨ ਕਰਤਾ ਵਿੱਚ ਤੇ ਹੱਥ ਕਾਰ ਵਿੱਚ ਜੁੜੇ ਰਹਿਣ 'ਤੇ ਅਮਲ ਕਰੋ। ਇਸ ਪਾਠ ਵਿੱਚ ਲੇਖਕ ਅਨੁਸਾਰ ਮਨੁੱਖ ਨੂੰ ਆਪਣੇ ਪਾਪ ਬਖਸ਼ਾ ਕੇ ਪ੍ਰਭੂ ਦੇ ਨਾਮ ਰੂਪ ਖੇਪ ਨੂੰ ਲੱਦ ਲੈਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਦੀ ਦਰਗਾਹ ਚੱਲਣਾ ਚਾਹੀਦਾ ਹੈ, ਜਿੱਥੇ ਭਲੇ ਬੁਰੇ ਕੰਮਾਂ ਤੋਂ ਮੁਕਤੀ ਮਿਲ ਜਾਂਦੀ ਹੈ। ਉਸ ਨੂੰ ਸੰਸਾਰ ਵਿੱਚ ਸ਼ੁੱਧ ਵਿਹਾਰ ਰੱਖਣਾ ਚਾਹੀਦਾ ਹੈ ਤੇ ਮਨ ਕਰਤਾਰ ਵੱਲ ਲੱਗਣਾ ਚਾਹੀਦਾ ਹੈ ਅਤੇ ਸदैव ਅਰਦਾਸ ਕਰਦੇ ਰਹਿਣਾ ਚਾਹੀਦਾ ਹੈ। ਤੇ ਡਾਕਟਰ ਬਲਵੀਰ ਸਿੰਘ ਦੀ ਕਹਾਣੀ ਸੀਗੀ ਜੋ ਅਸੀਂ ਪੜ੍ਹ ਲਈ ਹਨ। ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਧੰਨਵਾਦ।